प्रोग्राम हालात हाज़रा देखने वालों की खिदमत में मोहब्बत भरा सलाम। यकूब साहब हमारा साथ देंगे प्रोग्राम में। सबसे पहले आपको एक दो खबरें हैं वो बता देते हैं। शेख रशीद को गिरफ्तार कर लिया गया और दो भतीजे भी उसके साथ गिरफ्तार हुए। काफ़ी दिनों से शेख रशीद की तलाश थी पुलिस को, और ये हमारे पास इतला है कि बहुत ही करीबी लोगों ने शेख रशीद को पकड़वाने में मेरा ख्याल है कि किरदार अदा किया है। दूसरी ये कि एक साहब ने सवाल पूछा था कि अरशद शरीफ का जो कत्ल हुआ है इंग्लैंड की पुलिस उसमें क्या रोल अदा कर रही। पहली चीज़ तो ये है जनाब कि अरशद शरीफ का कत्ल जहाँ भी हुआ वो कीनिया में हुआ है, मनसूबाबंदी पाकिस्तान में बनी है, और उन लोगों ने कत्ल करवाया है जिनको अरशद शरीफ से ख़तरा था। अरशद शरीफ के पास उनकी वीडियो थी, वो बहुत ही ताकतवर लोग हैं। फिर उन्होंने अगले दिन प्रेस कॉन्फ्रेंस भी की। तो जो इंग्लैंड में आपने सुना था कि ये सब कुछ हुआ है, तो ये बड़े पक्के लोग हैं, ये सबूत नहीं छोड़ते कोई इस किस्म का, क्योंकि ये कोई पहला कत्ल नहीं किया अरशद शरीफ का, इससे पहले भी बेशुमार कत्ल हुए। और मैंने पहले दिन ही कहा था कि इस कत्ल का कोई साफ नहीं होगा, उल्टा उसकी जो बेवा है उस पर मेरा को केसेस बना दिया गया है, तो उसको भी परेशान किया जा रहा है। यकूब साहब क्या हाल है? जी अस्सलाम वालेकुम। यकूब साहब क्या बताइए, क्या कहना चाहेंगे आप? और आज बड़े आराम से बात करनी, गुस्से में नहीं आना। जी मेरी तरफ जुड़े साहब तो भी पूरी पाकिस्तानी कौम जिथे आने छोटे बड़े अस्सलाम वालेकुम व रहमतुल्लाह है जी। ਜਿਹੜੀ ਤੁਸੀਂ ਹੁਣ ਗੱਲ पे ਕਰਦੇ ਹੋ ना, ਇਹ ਦੁਨੀਆ ਜਦੋਂ ਦੀ ਬਣੀ ਹੈ और जब तक अशर ਦਾ मैदान नहीं लगता ਇਹ ਦੁਨਿਆਵੀ ਫਿਰੌਨ ਆਉਂਦੇ ਰਹੇ ਨਾ और ਆਪਣੇ ਅੰਜਾਮ ਨੂੰ ਪਹੁੰਚ ਰਹੇ ਨੇ, लेकिन ਉਹ ਜ਼ੁਲਮ ਜਿਹੜਾ ਉਹ ਕਰਕੇ ਜਾਂਦੇ ਨੇ। हाँ जी। ਜਿਹੜੇ ਉਹਨਾਂ ਦੀ ਡਿਊਟੀ ਲੱਗੀ ਹੈ ਉਹਨਾਂ ਦੀ ਡਿਊਟੀ ਲੱਗੀ ਹੈ ਤੇ ਜੋ ਫਿਰ ਉਹਨਾਂ ਦਾ ਅੰਜਾਮ ਹੁੰਦਾ, ਤੁਹਾਨੂੰ ਪਤਾ ਕਦੇ ਫਿਰੌਨ ਤੇ ਯਜ਼ੀਦ ਦਾ ਅੰਜਾਮ ਤੇ ਚੰਗਾ ਨਹੀਂ ਆਇਆ जी। ਇਹਨਾਂ ਦਾ ਵੀ ਉਹੀ ਅੰਜਾਮ ਹੋਣਾ। ਤੇ ਮੈਂ ਯਾਦ ਕਰਨਾ ਪਿਆ, ਮੈਂ ਕੱਲ ਦਾ ਸੁਣਿਆ ਵਾ ਚੀਫ ਜਸਟਿਸ ਆ ਗਿਆ ਤੇ ਉਹਨੇ ਆਪਣੀ ਰਨ ਪਹਿਲਾਂ ਨਾਲ ਖੜਵਾਈ ਹਲਫ ਲੈਣ ਵਾਸਤੇ। ਮੈਂ ਤੁਹਾਨੂੰ ਜਵੇਦ ਸਾਹਿਬ, ਮੈਂ ਗੁਨਾਹਗਾਰ ਜਿਹਾ ਬੰਦਾ ਜੇ, ਮੈਂ ਤਾਂ ਕੋਈ ਪੜ੍ਹਿਆ ਲਿਖਿਆ ਬੰਦਾ ਨਹੀਂ ਜੇ। ਮੇਰੀ ਜਿਹੜੀ ਜੋ ਕਿ ਮੇਰੇ ਜ਼ਮੀਰ ਦੇ ਮੁਤਾਬਕ ਮੈਨੂੰ ਗੱਲ ਮੇਰੇ ਜ਼ਹਿਨ ਜਾਂਦੀ ਹੈ ਮੈਂ ਕਰਨਾ, ਅੱਲਾਹ ਤਾਲਾ ਮੈਨੂੰ ਇਹਦਾ ਸਲਾਹ ਦੇ। ਅਗਰ ਮੇਰੇ ਮੂੰਹ 'ਚ ਕੋਈ ਗੱਲ ਗਲਤ ਨਿਕਲਦੀ ਤਾਂ ਅੱਲਾਹ ਮੈਨੂੰ ਮਾਫ ਕਰੇ, ਤੁਸੀਂ ਵੀ ਮਾਫ ਕਰ ਛੜਿਓ। ਮੈਂ ਅਰਜ਼ ਕਰਨਾ ਪਿਆ ਵਾ ਜਿਹੜਾ ਬੰਦਾ ਇਸ ਹੱਦ ਤੱਕ ਰਨ ਮੁਰੀਦ ਹੈ, ਉਹ ਹਲਫ ਚੁੱਕਦਾ ਤੇ ਰਾਨੀ ਕੋਲ ਖੜਵਾਈ ਹੈ, ਉਹ ਕਿਹੜਾ ਚੀਫ ਜਸਟਿਸ ਦਾ ਹੱਕ ਅਦਾ ਕਰੇਗਾ? ਉਹ ਆਪਣੇ ਹਲਫ ਦਾ ਕਿਹੜਾ ਪਾਸ ਕਰੇਗਾ? ਜਿਹੜਾ ਪਿਛਲਾ ਇਹਨੇ ਨਵਾਜ਼ ਸ਼ਰੀਫ ਦੀ ਅਰਬਾਂ ਖਰਬਾਂ ਦੇ 2 ਕੇਸ ਨੇ ਮਾਫ ਕੀਤੇ ਨੇ, ਇੱਕ ਅਦੇਬੀਆ ਪੇਪਰ ਮਿਲ ਇੱਕ ਦੂਜਾ ਇਹਨੇ ਉਹਦੇ ਕੋਲ ਮਕਾਨ 2 ਚੜੇ ਜਾਏ ਉਹਨੇ ਲੈ ਕੇ ਦਿੱਤੇ ਨੇ। ਇਹਨੇ ਉਹ ਮਕਾਨ ਨਹੀਂ ਇਹਦੇ ਨਾ ਨਵਾਜ਼ ਸ਼ਰੀਫ ਦੇ, ਨਾ ਸ਼ਬਾਜ਼ ਸ਼ਰੀਫ ਦੇ, ਨਾ ਜ਼ਰਦਾਰੀ ਦੇ, ਇਹਨਾਂ ਦੁਨੀਆ ਤੇ ਆਪਣਾ ਜਹੰਨਮ ਬਣਾਏ। ਜਿਹੜਾ ਜਿਸ ਆਸਮਾਨ ਮੁਨਾਫਿਕ ਜਹੰਨਮ ਬਣਾਉਂਦਾ ਪਿਆ ਉਹਦੀ ਸ਼ਕਲ ਤੱਕ ਲੋ, ਲਾਂਤਾਂ ਬਰਸ ਰਹੀਆਂ ਨੇ ਅੱਲਾਹ ਦੀ ਕਸਮ। ਮੈਂ 2-3 ਬੰਦੇ ਨੇ, ਉਹ ਤੇ ਕੋਈ 1,500-2,000 ਬੰਦਾ, ਪਰ ਜਿਹੜੇ ਜਿਨ੍ਹਾਂ ਦੀ ਫੋਟੋ ਆਉਂਦੀ ਹੈ ਨਾ ਟੀਵੀ ਤੇ ਮੈਂ ਮੋਬਾਈਲ ਚੱਕਣਾ, ਇੱਕ ਆਸਮਾਨ ਮੁਨਾਫਿਕ ਹੈ, ਇੱਕ ਜਿਹੜਾ ਉਹ ਡਲਟੀ ਹੈਰੀ ਹੈ, ਇੱਕ ਉਹ ਜਿਹੜਾ ਬਾਬਰ ਇਫਤਖਾਰ ਹੈ, ਇੱਕ ਜਿਹੜਾ ਹੁਣ ਹੈ ਨਵਾਂ ਡੀਜੇ ਜਿਹਨੂੰ ਇੰਸਟਰਕਸ਼ਨ ਦਿੱਤੀ ਨੇ, ਉਹਦੀ ਸ਼ਕਲ ਤੇ ਲਾਂਤਾਂ ਬਰਸ ਰਹੀਆਂ ਨੇ। ਪੂਰੀ ਦੁਨੀਆ ਦੀਆਂ ਸਭ ਚੁੱਕੀਆਂ ਲਾਂਤਾਂ ਉਹਦੇ ਮੂੰਹ ਤੇ ਆਸਮਾਨ ਮੁਨਾਫਿਕ ਦੇ ਬਰਸ ਰਹੀਆਂ ਨੇ। ਜਿਹੜਾ ਹੁਣ ਇਸ ਵੇਲੇ ਲੋਕ ਜਿਹੜੇ, ਮੈਂ ਇਹਨਾਂ ਨੂੰ ਪੂਰੀ ਕੌਮ ਅੱਗੇ ਅਪੀਲ ਕਰਨਾ ਵਾਸਤਾ ਖੁਦਾ ਦਾ ਜਾਂ ਸਾਡੀ ਜ਼ਬਾਨ ਨਾਲ ਪਲੀਤ ਕਰੋ, ਅਗਰ ਤੁਹਾਡੇ 'ਚ ਰਹਿਮਤ ਖਤਮ ਹੋ ਗਈ, ਈਮਾਨ ਦੀ ਰੱਤੀ ਨਹੀਂ, ਅਸੀਂ ਮੁਸਲਮਾਨ ਹਾਂ, ਅਸੀਂ ਨੱਕੂ ਮੂੰਹ ਬਾਹਰ ਹੋ ਕੇ ਗੱਲ ਕਰਨੇ ਹਾਂ, ਲੇਕਿਨ ਗਾਲ ਸਾਡਾ ਜ਼ਮੀਰ ਨਹੀਂ ਮੰਨਦਾ, ਨਾ ਸਾਨੂੰ ਤਰਬੀਅਤ ਹੈ ਪੀਰੋ ਮੁਰਸ਼ਿਦ ਦੀ ਤੇ ਨਾ ਮਾਂ ਬਾਪ ਦੀ। ਇਹਨੂੰ ਹਾਫਿਜ਼ ਨਾ ਕਰੋ, ਆਪਣੇ ਈਮਾਨ ਤੁਹਾਡੇ 'ਚ ਹੈ ਹੀ ਕੋਈ ਪਹਿਲਾਂ ਤੇ ਦੇਖੋ ਰੱਤੀ ਹੈ ਜੇ ਨਾ, ਤੁਹਾਨੂੰ ਜ਼ਾਇਆ ਨਾ ਕਰੋ। ਇੱਕ ਬੰਦਾ ਦਰਿੰਦਾ। ਚਲੋ ਮੈਂ ਅੱਜ ਕੁਝ ਸਵਾਲਾਤ ਕਰਨਾ ਥੋੜੇ ਜਿਹੇ ਤੁਹਾਡੇ ਕੋਲੋਂ, ਤੁਸੀਂ ਆਰਾਮ ਨਾਲ ਜਵਾਬ ਦੇਣੇ ਨੇ, ਗੁੱਸੇ 'ਚ ਨਹੀਂ ਆਣਾ। ਹੁਣੇ ਤੁਸੀਂ ਕਿਹਾ ਗਾਲ ਨਹੀਂ ਕੱਢਣੀ ਨਾ, ਤੇ ਬਿਲਕੁਲ ਹੁਕਮ ਕਰੋ। ਬਿਲਕੁਲ। ਕੱਲ ਤੁਹਾਡਾ ਮੈਸੇਜ ਆਇਆ ਸੀ ਮੈਨੂੰ ਕਿ ਇਮਰਾਨ ਖਾਨ ਦਾ ਜਦੋਂ ਫੈਸਲਾ ਆਖਰ ਤੇ ਬਦਲਿਆ ਗਿਆ, ਮੇਰੇ ਕੋਲ ਖਬਰ ਹੈ ਸੀ ਤੁਸੀਂ ਕਾਫੀ ਪਰੇਸ਼ਾਨ ਸੀ, ਕਾਫੀ ਮੇਰਾ ਖਿਆਲ ਹੈ ਕਿ ਉਸ ਵਕਤ ਮੁਸ਼ਕਿਲ 'ਚ ਸੀ। ਇਹ ਫੈਸਲੇ ਜਿੰਨੇ ਆ ਰਹੇ ਨੇ ਇਸ ਤਰ੍ਹਾਂ ਹੀ ਆ ਰਹੇ ਨੇ, ये कोई पहला फैसला नहीं इस तरह आया? सारे 100% एक नहीं है, सारे ही पे आमदन। अच्छा नाजरीन, ये बता देते हैं आपको, मैं पंजाबी उर्दू मिक्स चल रही है कि पिछले दिनों साइफर के मामले में इमरान खान का जो
फैसला था, ज़मानत नहीं हुई और वो क्या नाम है उसका जो एक की ज़मानत हुई है, इसका जो है असद उमर की, उसमें जो इत्तला मिली है वो ये है कि जज साहब को ब्लैकमेल किया गया, उसके बच्चों को किसी न किसी तरह परेशान किया गया और अपनी मर्ज़ी से ये फैसला करवाया गया। ਉਹਦੇ ਬੱਚੇ ਨੂੰ ਅਗਵਾ ਕੀਤਾ, ਉਹਦੇ ਘਰ ਜਾ ਕੇ 40-50 ਬੰਦੇ ਪਿੱਲੇ ਬਹਿ ਗਏ ਨੇ ਅਸਲਾ ਲੈ ਕੇ। तो इस तरह का वो फैसला है। ਤੇ ਫਿਰ ਅਦਾਲਤ ਖਾਲੀ ਕਰਕੇ ਸਾਰੇ ਵਕੀਲਾਂ ਨੂੰ ਬਾਹਰ ਕੱਢ ਕੇ ਉਹਦੇ ਪ੍ਰੋਸੀਕਿਊਟਰ ਨੂੰ ਆਖਿਆ ਨੇ ਬਸ ਫੋਨ ਪਕੜਾ ਜੱਜ ਨੇ, ਤੁਹਾਨੂੰ ਆਖਿਆ ਨੇ ਬਸ ਤੂੰ ਆਪਣੇ ਆਪ ਨੂੰ ਬੜਾ ਹੀਰੋ ਬਣਨ ਦੀ ਕੋਸ਼ਿਸ਼ ਕਰਨਾ, ਪਹਿਲਾਂ ਤੇਰੇ ਬੱਚੇ ਨੂੰ ਮਾਰਾਂਗੇ, ਤੇਰੀ ਬੀਵੀ ਨੂੰ ਮਾਰਾਂਗੇ ਤੇ ਬਾਅਦ ਵਿੱਚ ਤੈਨੂੰ ਮਾਰਾਂਗੇ, ਜਾਂ ਫੈਸਲਾ ਜ਼ਿਕਰ ਮੈਂ ਇੰਜ ਕਰ, ਇਹ ਹੁਣ ਹੀ ਫੌਰਨ ਚੇਂਜ ਕਰ। ਇਹ ਕਿਆਮਤ ਆਈ ਹੈ, ਇਹ ਕੰਮ ਤੇ ਜਵੇਦ ਸਾਹਿਬ ਦੁਨੀਆ ਤੇ ਮੈਂ ਪਹਿਲੀ ਵਾਰੀ ਹੁੰਦਾ ਵੇਖਣਾ ਪਿਆ। ਔਰ ਮੇਰੀ ਗੱਲ ਸੁਣਦੀ ਹੈ ਪੂਰੀ ਆਰਮੀ ਪਈ, ਤੁਸੀਂ ਵੀ ਮੁਸਲਮਾਨ ਕਲਮਾ ਗੋ ਤੇ ਮੈਂ ਵੀ ਮੁਸਲਮਾਨ ਹਾਂ, ਤੁਸੀਂ ਮੇਰੇ ਨਾਲ ਚੰਗੇ ਮੁਸਲਮਾਨ ਹੋ ਅੱਗੇ ਮੈਂ ਮਾੜਾ। ਇਹ ਮੇਰੀ ਗੱਲ ਯਾਦ ਰੱਖਿਓ ਕਿ ਜਿਤਨੇ ਆ ਜਿਹੜੇ 11 ਪਿੱਲੇ ਜਾਂ 12 ਜਨਰਲ ਨਾ ਪਿੱਲੇ ਜਿਨ੍ਹਾਂ ਮੁਲਕ ਨੂੰ ਸੂਲੀ ਤੇ ਟੰਗੇ ਹੈ, पूरी फौज मुजरम है, सिपाही तो ला के जनरल तक पूरी फौज मुलव्वस है। फायज ईसा वाला आजिए जरा, फायज ईसा वाला जरा आजिए, फायज ईसा वाला आजिए। उन्हें क्या कि ਜਿਹੜੇ ਨੈਬ ਦੇ ਕੇਸ ਖਤਮ ਕੀਤੇ ਨੇ ਉਹਦੇ ਲਈ ਫੁੱਲ ਮੰਚ ਬਣੇਗਾ ਜਿਹੜਾ ਫੈਸਲਾ ਕਰੇਗਾ। ਇੱਕ ਨਵਾਂ ਖੇਲ ਸ਼ੁਰੂ ਹੋ ਗਿਆ, ਪਤਾ ਚੱਲਿਆ ਤੁਹਾਨੂੰ? ਮੈਂ ਤੁਹਾਨੂੰ ਦੱਸਣਾ ਉਹਦਾ ਫੈਸਲਾ, ਇਹ ਸਾਰਾ ਫੈਸਲਾ ਜਿਹੜੇ ਕੰਜਰ ਨੇ 17 ਪਾਰਟੀਆਂ ਦੇ ਹੱਕ ਵਿੱਚ ਹੋਣਾ ਜੀ ਤੇ ਫੌਜੀਆਂ ਦੇ ਹੱਕ ਵਿੱਚ ਹੋਣਾ ਜੀ, ਬਿਲਕੁਲ ਦੁਆਈ ਖੁਦਾ ਦੀ ਨੇ ਫੈਸਲਾ ਰਿਵਰਸ ਕਰਨਾ ਹੈ। ਇਹ ਕੰਜਰ ਹੈ ਪਿੱਲਾ, ਇਸ ਲਈ ਅੱਗੇ ਉਹਦੇ ਕੋਲੋਂ ਉਹਦੇ ਅਰਬਾਂ ਦੇ ਕੇਸ ਮਾਫ ਕੀਤੇ ਨੇ ਤੇ ਕਰੋੜਾਂ ਦੇ ਪੌਂਡਾਂ ਦੇ ਉਹਨੇ ਮਕਾਨ ਤੋਂ ਲਏ ਨੇ। ਇਹਦੀਆਂ ਸਾਰੀਆਂ ਕਮਜ਼ੋਰੀਆਂ ਜਿਸ ਆਸਮਾ ਮੁਨਾਫਿਕ ਵਿਕੇ ਹੈ, ਇਹਦੀਆਂ ਫਿਲਮਾਂ ਨੇ ਨਾ ਉਹਦੇ ਕੋਲ ਦਲਦੀ ਕੰਜਰੀ ਕੋਲ ਪਤਾ ਨਹੀਂ ਕਿੰਨਾ ਲੋਕਾਂ ਦੇ ਈਮਾਨ ਕਰਨਾ, ਉਹਦੀ ਸ਼ਕਲ ਤੇ ਉਲਟੀਆਂ ਲਾਂਤਾਂ ਪਾ ਰਿਹਾ, 2 ਟਕੇ ਦੀ ਗਸ਼ਤੀ ਔਰਤ। ਮੈਂ ਤਾਂ ਉਹਦੀ ਸ਼ਕਲ ਤੱਕਣ ਦੀ ਤਿਆਰ ਨਹੀਂ। ਕੌਣ ਲੋਕ ਨੇ ਜਿਹੜੇ ਉਹਨੂੰ ਮਰੀਮ ਨਵਾਜ਼ ਉਹ ਸਫਤਲਾਵਾਨ ਦੀ 25% ਬੀਵੀ ਹੈ, ਬਾਕੀ 75% ਪੂਰੀ ਦੁਨੀਆ ਦੀ ਗਟਰ ਹੈ। ਇਹ ਜਨਾਬ ਅਲੀ ਜਿਸ ਤਰ੍ਹਾਂ ਆਸਮਾ ਮੁਨਾਫਿਕ ਵਿਕੇ ਹੈ, ਇਸ ਤਰ੍ਹਾਂ ਹੀ ਇਹ ਵੀ ਵਿਕੀ ਹੈ। ਜਿਹੜਾ ਅੱਗੇ ਨਾ ਇਹਦੇ ਉਹ ਕਾਜ਼ੀ ਜਿਹਨੂੰ ਆਖਦੇ ਨੇ, ਪਤਾ ਨਹੀਂ ਕਾਜ਼ੀ ਹੈ ਜੋ ਕੁਝ ਵੀ ਲਫਾਜ਼ੀ ਹੈ, ਜੋ ਬੇਗੈਰਤ ਇਨਸਾਨ ਹੈ, ਪਿੱਲਾ, ਇਹਨੇ ਬਿਲਕੁਲ ਦੁਆਈ ਖੁਦਾ ਦੀ ਹੈ। ਇਹਦੀਆਂ ਫਿਲਮਾਂ ਬਣੀਆਂ ਨੇ, ਇਹਦੀਆਂ ਵੀਡੀਓ ਬਣੀਆਂ, ਉਹਨਾਂ ਕੋਲ ਉਹਨਾਂ ਨੂੰ ਮਕਾਨ ਲੱਗ ਦਿੱਤੇ ਨੇ। ਇਹਦਾ ਇੱਕ ਇੱਕ ਵਾਲ ਬੇਗੈਰਤ ਵਿਕੀ ਹੈ ਬੰਦਾ, ਇਹਦੀ ਰੰਗ ਵਿਕੀ ਹੈ। ਇਹ ਜੱਜ ਸਾਰੇ ਜਨਮੀ ਨੇ, ਜਿਨ੍ਹਾਂ ਬੰਦਿਆਂ ਦਾ ਕੇਸ ਰੋਲੇ ਇਹਨੇ ਆਖਿਆ ਜੀ ਮੈਨੂੰ ਇਹਨੇ ਨੰਗਿਆ ਕਿਦੋਂ ਸਿੱਖ ਲੋ ਕੇ ਸੁਪਰੀਮ ਕੋਰਟ 'ਚ, ਕਿਉਂਕਿ ਸਾਰੀਆਂ ਦੀਆਂ ਫਿਲਮਾਂ ਬਣੀਆਂ ਨੇ, ਸਾਰੇ ਇੱਕ ਦੂਜੇ ਦੇ ਕਾਰਨ ਨੇ। ਇਸ ਬੰਦੇ ਕੋਈ ਡਾਕੂਮੈਂਟ ਜੇ ਨਵਾਜ਼ ਸ਼ਰੀਫ ਇਹਨੇ ਕੋਈ ਦਿੱਤਾ, ਇਹਨੇ ਆਖਿਆ ਜੀ ਮੇਰੇ ਕੋਲ ਨਹੀਂ ਇਹ ਸਬੂਤ, ਜੋ ਕਰਨਾ ਕਰ ਲਓ, ਤੇ ਕਿੱਥੋਂ ਫਿਰ ਮਕਾਨ ਆਏ ਨੇ। ਤੇ ਜੇ ਇਸ ਬੰਦੇ ਨੇ ਇਹਨੂੰ ਬਣ ਕੇ ਨਹੀਂ ਦਿੱਤਾ ਸੁਪਰੀਮ ਕੋਰਟ ਦਾ ਜੱਜ, ਜੇ ਜੱਜਾਂ 'ਚ ਗੈਰਤ ਹੋਵੇ, ਵਕੀਲਾਂ 'ਚ ਗੈਰਤ ਹੋਵੇ, ਜਿਹੜੇ ਜਰਨਲ ਤੋਂ ਕਹਿੰਦੇ ਕਿ ਇਸ ਵੇਲੇ ਮੁਲਕ ਰਿਸਕ ਤੇ ਲੱਗਿਆ, ਪੂਰਾ ਮੁਲਕ ਰਿਸਕ ਤੇ। ਮੈਂ ਜਵੇਦ ਸਾਹਿਬ ਰੋਜ਼ ਕਹਿਣਾ ਜੀ ਹੁਕਮ। ਇਹ ਜਿਹੜੇ ਇੰਡੀਅਨ ਜੱਜ ਨੇ ਉਹ ਤੇ ਕਦੀ ਉਹਨਾਂ ਦੀ ਖਬਰ ਨਹੀਂ ਸੁਣੀ ਕਿ ਉਹ ਵਿਕੇ ਦੇ ਨੇ, ਜਾਂ ਬੰਗਲਾਦੇਸ਼ ਦੇ ਜੱਜ ਨੇ ਵਿਕੇ ਦੇ ਨੇ। ਉਹਨਾਂ ਕੋਲ ਨਾ ਇੰਨੀਆਂ ਪ੍ਰਾਪਰਟੀਆਂ ਨੇ, ਨਾ ਉਹ ਇੰਗਲੈਂਡ ਆ ਕੇ ਮੀਟਿੰਗਾਂ ਕਰਦੇ ਨੇ, ਨਾ ਉਹ ਇੰਗਲੈਂਡ ਇਕੱਠੇ ਹੁੰਦੇ ਨੇ, ਨਾ ਉਹਨਾਂ ਦੀ ਆਵਾਮ ਉਹਨਾਂ ਨੂੰ ਇੰਝ ਫੜ ਕੇ ਗਾਲਾਂ ਕੱਢਦੀ। ਇਹ ਸਾਡੇ ਤੇ ਕਿਉਂ ਮੁਸੀਬਤ ਆਈ ਦੀ? ਤੇ ਜਿਸ ਤਰ੍ਹਾਂ ਸਾਡੇ ਜਨਰਲ ਤੇ ਜੱਜ ਛੱਡਦੇ ਹੋ, ਜਿਹੜੇ ਜਨਰਲ ਤੇ ਕਰਨਾ ਜੀ ਕਿਸੇ ਮੁਲਕ ਨੂੰ ਜੱਜ ਕਰਦੇ ਨੇ, ਤੇ ਬਰਤਾਨੀਆ ਦੇ ਜੱਜ ਦੀ ਜਨਰਲ ਦੀ ਜ਼ਰੂਰਤ, ਅਮਰੀਕਾ ਦੇ ਜਨਰਲ ਦੀ ਜ਼ਰੂਰਤ, ਇੰਡੀਆ ਦੇ ਜਨਰਲ ਪਤਾ ਨਹੀਂ ਹੁੰਦਾ ਕਿ ਜਨਰਲ ਕੀ ਹੈ। ਜਨਰਲ ਇੱਕ ਕੁੱਤਾ ਜੇ ਆਪਣੇ ਹਲਫ ਦਾ ਪਾਸ ਕਰਦਾ ਉਹਨੂੰ ਉਹਦੇ ਦੇ ਲਿਹਾਜ਼ ਨਾਲ ਬੁਲਾਇਆ ਜਾਏਗਾ, ਇਹ ਮੇਜਰ ਹੈ, ਇਹ ਕੈਪਟਨ ਹੈ, ਇਹ ਜਨਰਲ ਹੈ, ਇਹ ਬ੍ਰਿਗੇਡੀਅਰ ਹੈ। ਅਗਰ ਉਹ ਆਪਣੇ ਹਲਫ ਦਾ ਪਾਸ ਨਹੀਂ ਕਰਦਾ ਉਹ ਕੁੱਤਾ ਹੈ, ਗਦਾਰੇ ਵਤਨ ਹੈ, ਵਾਜਬੁਲ ਕਤਲ ਹੈ। ਇਹਨਾਂ ਦਾ ਅਸ਼ਰ ਉਹ ਜਦ ਤੱਕ ਨਹੀਂ ਕਦੇ, ਮੇਰੀ ਕੋ ਲੱਖਾਂ ਦੀ ਕੋ ਸੁਣ ਲਓ, ਇਹਨਾਂ ਦਾ ਅਸ਼ਰ ਜਿਕਰ ਤੁਰਕੀ 'ਚ ਕੀਤਾ ਆਵਾਮ ਨੇ, ਜਾਂ ਜਿਸ ਤਰ੍ਹਾਂ ਖਮੀਨੀ ਕੀਤੀ ਆ 200 ਜਰਨੈਲ ਦੀ, ਇਹਨਾਂ ਦਾ ਬੀਜਾ ਬਾਹਰ ਕੱਢਿਆ ਮਗਰ ਸੈਰ ਕਰਕੇ ਤੇਰੇ 'ਚ, ਇਹ ਨਹੀਂ ਛੱਡਦੇ। ਦੁਆਈ ਖੁਦਾ ਦੀ ਹੈ, ਇਹਨਾਂ ਖੁਦ ਸਾਨੂੰ ਵੀ ਨਹੀਂ ਛੱਡਣਾ, ਮੁਲਕ ਵੀ ਨਹੀਂ ਛੱਡਣਾ, ਮੁਲਕ ਵੇਚ ਕੇ ਜਾਣਾ। ਇਹ ਤੁਹਾਨੂੰ ਮੈਂ ਕਿਹਾ ਸੀ ਨਾ, ਮੈਂ ਤੁਹਾਨੂੰ ਸੁਣਾਇਆ ਸੀ ਆਲਮ ਵਾਦ ਦਾ, ਉਹਨੇ ਕਿਹਾ ਜਦੋਂ ਆਈ ਮਿਰਜ਼ੇ ਦੀ ਵਾਰੀ ਟੁੱਟ ਗਈ ਤੜਾ ਕਰਕੇ। ਇਹ ਫਿਰੌਨ ਹੈ, ਫਿਰੌਨ ਇੱਕ ਤੇ ਆਉਂਦਾ ਦਜਾਲ, ਇਹਦਾ ਨਾਂ ਦਜਾਲ ਪਏ ਦੀ ਯੂਨਿਟ ਵਿੱਚ। ਇਹਨੂੰ ਜਨਾਬ ਅਲੀ ਦਜਾਲ ਨੇ ਆਉਂਦਾ ਸਫੈਦ ਖੋਤੇ ਤੇ ਬਹਿ ਕੇ, ਇਹ ਵੀ ਸਫੈਦ ਖੋਤੇ ਤੇ ਬਹਿ ਕੇ ਆਇਆ, ਅਮਰੀਕਾ ਤੋਂ ਬੈਠਾ ਖੋਤਾ ਕੇ ਲੰਡਨ ਰਹਿ ਗਿਆ। ਇਹਨੂੰ ਨੇ ਆਖਿਆ ਤੂੰ ਜਾ ਦਲਿਆ, ਮੈਂ ਅੱਗੇ ਛੱਡੇ ਨੇ ਤੇਰੇ ਨਾਲ ਦੇ 10-12 ਹੋਰ ਵੀ ਦਜਾਲ ਹੈ। ਇਹ ਉਹਨਾਂ ਦਜਾਲਾਂ ਸ਼ਾਮਲ ਹੋ ਗਿਆ ਤੇ ਖੋਤਾ ਇੰਗਲੈਂਡ ਬੈਠੇ ਆ। ਹੁਣ ਖੋਤਾ ਜਿਹੜਾ ਉਹ ਆਮਨ ਨੂੰ ਫਿਰਦਾ, ਲੇਕਿਨ ਉਹ ਹੀ ਡਰਦਾ ਪਿਆ। ਮੈਨੂੰ ਸ਼ੱਕ ਹੈ ਜਿਸਲੇ ਵੱਡਾ ਦਜਾਲ ਆਇਆ ਨਾ, ਜਿਸਲੇ
दुनिया ते ये निजाम बदलना है, क़यामत आनी है। अच्छा, पीपल्स पार्टी ते अपना नून लीग आपस च लड़ पे ने, वो एक दूजे नूं गालां कड्ढण डे ने, क्यों होया है? ते बड़े इकट्ठे चलन डे 16 महीने तो। कोई नहीं जवेद साहब, कोई नहीं, ना पीपल पार्टी लड़दी भी, ना नून लीग लड़दी भी, ना फरदांडू लड़दा पिया, ना पीएनएल, बिल्कुल सब दगड़ दल्ले कंजर ना जितने भी ने। ਜਿਹੜਾ ਜਮਾਤੇ ਸਮੇਂ ਦਾ ਡਿੰਗੀ ਟੋਪੀ ਪਾਉਂਦੇ ਐਡਾ ਬਗੈਰਤ ਮੈਂ ਰੂਹ ਜ਼ਮੀਨ ਤੇ ਰੱਖਣਾ ਕੋਈ ਨਹੀਂ। ਉਹਨਾਂ ਦੀ ਪਾਰਟੀ ਇਹ ਕਿ ਇਲੈਕਸ਼ਨ ਕਰਾਉਂਦੇ ਨੇ ਸਵਾਏ ਕਾਜ਼ੀ ਹੁੰਦੀ ਜਾਂ ਕੁਝ ਤੋਂ ਪਹਿਲਾਂ ਬਾਬਾ ਬੁੱਢਾ ਆ, ਉਹਦਾ ਨਾਂ ਪਤਾ ਨਹੀਂ ਸਬੂਤੁल्ला ਕੀ ਆਇਆ, ਹਸੈਨ ਕਾਜ਼ੀ ਹਸੈਨ ਨਹੀਂ, ਉਸ ਤੋਂ ਪਹਿਲਾਂ ਉਹਦਾ ਨਾਂ ਪਤਾ ਨਹੀਂ ਹਦਾਇਤੁल्ला ਆਇਆ ਜਾਂ ਕੀ ਹੈ, ਜਿਹੜਾ ਮੇਰ ਰਿਹਾ ਕਰਾਚੀ ਦਾ ਬੰਦਾ। ਅੱਛਾ, ਬੁੱਢਾ ਬੰਦਾ ਬੜਾ ਲੱਗ ਗਿਆ ਪਤਾ ਜੀ। ਆਹ ਨਾਮ ਮੇਰੇ ਜ਼ਿਹਨ ਚ ਆ ਰਿਹਾ। हाँ, मेरे भी रेंज नहीं पे आंदा। वो बंदा इंसान का बच्चा है, उन्हें कराची शहर का काम किया और दुनिया नु मान गई, उन्हें वाकई काम किया कराची का। काजी हुसैन अहमद है वो बंदा गैर जो हुण है इस वेले इत्थे दो टकेरा बंदा नहीं, ये जो फजल मान नहीं रखिया, एक भौका अहमदुल्ला, एक पता नहीं सबूतुल्ला, दो बूढ़ी कुत्ते ने, इन्हें भी ये बूढ़ी रखी है, भौंकना जानता टकेरा बंदा नहीं, जिहदे ईमान की रखी है इस वेले जवेद साहब हुण जिहड़ा मुल्क ते आए। असीं ते तुहाडे सामने एक थर्ड क्लास बंदे हैं, असीं हुण अरशद शरीफ शहीद या रियाज खान या इमरान खान, असीं ते उन्हां दी जुत्तियां बराबर भी नहीं। मैं खाली ये नहीं मैं इमरान खान की सपोर्ट करना, कोई मुहिब्बे वतन नेक बंदा भावें वो आर्मी च है, भावें वो पुलिस च है, भावें वो सियासी पार्टी है, जेड़ा चंगा वे असीं नूं सलाम करने। असीं मुहिब्बे वतन पाकिस्तानी, असां कोई सियासी हिस्सा लैना या किसी कोल रोटी कमा अपनी रोटी मजदूरी करने। ये नहीं मैं इमरान खान की कदर कर, उसकी मैं तां कदर करना, वो सच्चा है, वो सच्चा है। अच्छा, सच्चा मेरी बात सुनो, हीरे ने ये सुनना भी नहीं। अच्छा, ये दसो इमरान नहीं ना जी, हुक्म करो, हुक्म करो। ये दसो कि इमरान खान दे लई ते बड़ी साजिश करन दे ने सख्त किस्म दी, उन्होंने कोई छड्डणगे भी तुहाडे ख्याल च? इन्ना नहीं छड्डना, सवाल ही पैदा नहीं होंदा ना। काजी फायरी सा साडा चीफ जस्टिस है, वो पिल्ला डरिंदा बगैरत है, जिक्र है, कुत्ता है। चलो ठीक है। अच्छा गल सुनो, अगला सवाल सुनो, टाइम खत्म हो रहा, ताड़ी तबीयत खराब हुण कल फिर हुक्म करो, हुक्म करो, 4-5 मिनट हुक्म करो, हुक्म करो। नहीं हुक्म नहीं, मैं बस यही कहना सी कि ये सारे लंडन इकट्ठे हो रहे थे, लंडन भी इन्होंने गालां पै रही, वीडियो देखियां तुसीं? कोई फायदा नहीं, बिल्कुल इन्हों। अच्छा तुम इन्हों गालां कढ़दे हो, तुम एक पिछले जो नारा बनाया सी है, एक पैर जुत्ती का नवाज शरीफ कुत्ती का, तो है ही कुत्ती है, पेन आखो कुत्ती कुत्ती आखो तो फिर पाई जाता, वो दल्ले की औलाद है, दल्ला पे आखो, उन्होंने कंजर कंजर खाना हो, जेडे उठा ना जेडे दलिया के कंजर के नौकर ने, जो 7-8 बड़ी बड़ी लम्मिया तौणा बड़े जुस्से पाए, उन्होंने भैन मावा टैक्सी। मैं एक आखिरी कॉल दसना हज़रत अली शेरे खुदा का, फिर तुहाडे कोल टाइम होता थोड़ा। हज़रत अली शेरे खुदा ने दफा साहबी रसूल नूं फरमाया कि अपनी धीआं भैणां दी, अपनी भैणां दी, बच्चियां दी, बीवियां दी इज्जत दी हिफाजत करो। बहुत जबरदस्त। साहबी रसूल ने कहा सरकार तो अगे ही करनी है, किंज हिफाजत करिए? फरमाया लोकां दी धीआं भैणां दी इज्जत करो, तुहाडी रब करेगा ज़ना ना करो, किसी धी नूं, भैन नूं, बहू नूं बुरी निगाह नाल ना देखो, तुसीं उन्हां दी इज्जत दी हिफाजत करो, रब तुहाडियां दी खुद हिफाजत करेगा। ये कंजर गल्ले लोकां दी भी चलांदे ने, अपनियां चलांदे ने। मैं दावे नाल कहना जेड़ा काजी है या जेड़े 11-12 जनरल ने, चोखे ने जेड़े इन्हां नूं सपोर्ट कर रहे हैं, जेड़ी फौज भी सपोर्ट कर रही है, जेड़े नवाज शरीफ दलाल के घर बार कंजर के बच्चे मुलाजम बैठे ने, इन्हां दी धीआं भी टैक्सियां, भैणां भी टैक्सियां ने। चलो ठीक है, बहुत शुक्रिया। हो ही नहीं सकता कि कंजर का नौकर होवे ते कंजर ना होवे, ये नहीं हो सकता। चलो बहुत शुक्रिया मेरी तरफ अस्सलाम वालेकुम व रहमतुल्लाहि व बरकातहू। माय गॉड, मैंने अपना यकूब साहब से ये कहा था कि हाथ हौला, गाली नहीं निकालनी, यकूब साहब बीमार आदमी है और अपने आप पे कंट्रोल नहीं कर सकते। नाज़रीन, सवालात रोज़ाना 1-2 प्रोग्राम में शामिल किया करेंगे, क्योंकि लोग जवाबात का इंतज़ार करते हैं। आइंदा से मैं इस चीज़ का ख्याल रखूँगा। हमारे चैनल को सब्सक्राइब करें, जुड़े रहें हमारे साथ।